ਕਥਾ ਅਤੇ ਕੀਰਤਨ ਦੇ ਵੀਡੀਓਜ਼ ਸਰਵਣ ਕਰਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ ਅਤੇ ਹਰ ਅਪਡੇਟ ਪਹਿਲਾਂ ਪ੍ਰਾਪਤ ਕਰੋ ਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮਨ ਰੇ ਕੌਣ ਕੁਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੂਰਨ ਕੋ ਧਾਇਆ। ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਨਾ ਹਰ ਭਜਿਓ ਨ ਗੁਰਜਨ ਸੇਵਿਓ, ਨ ਉਪਜਿਓ ਕਛ ਗਿਆਨਾ। ਕਾਠੀ ਮਹਿ ਨਿਰੰਜਨ ਤੇਰੈ, ਤੈ ਖੋਜਤ ਉਦਿਆਨਾ। ਬਹੁਤ ਜਨਮ ਪਰ ਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ। ਮਾਨਸ ਦੇ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਦੀਨ ਦੁਨੀਆ ਦੇ ਵਾਲੀ, ਚਬਰ ਛਤਰ ਤਖਤ ਦੇ ਮਾਲਕ, ਬਾਣੀ ਕੇ ਮੋਹਿਤ, ਦਸਾਂ ਗੁਰੂਆਂ ਦੀ ਆਤਮਿਕ ਜੋਤ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ, ਗੁਰੂ ਸਵਾਰੀ, ਗੁਰੂ ਪਿਆਰ ਵਾਲੀ ਸਾਧ ਸੰਗਤ ਜੀ, ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹਾਂ ਜੋ ਸਤਿਗੁਰਾਂ ਦੀ ਹਜ਼ੂਰੀ ਦੇ ਅੰਦਰ ਜੁੜ ਬੈਠ ਕਰਕੇ ਇਲਾਹੀ ਹਰਜਤ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਆਸਾ ਜੀ ਕੀ ਵਾਰ ਦੇ ਕੀਰਤਨ ਆਪ ਜੀ ਨੇ ਹੁਣੇ ਸਰਵਣ ਕੀਤੇ ਨੇ। ਆਓ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸ਼ਬਦਾਂ ਦੀ ਵਿਚਾਰ ਨੂੰ ਆਪਣੇ ਮਨ ਮੰਦਰ ਦੇ ਵਿੱਚ ਕਮਾਉਣ ਦਾ ਯਤਨ ਕਰੀਏ। ਗੁਰੂ ਸਾਹਿਬ ਜੀ ਕਿਰਪਾ ਕਰਨ। ਅੱਜ ਦੇ ਪਾਵਨ ਸ਼ਬਦ ਸਤਿਗੁਰਾਂ ਦੇ ਪਾਵਨ ਪਵਿੱਤਰ ਅੰਗ 479 ਤੇ ਸ਼੍ਰੋਮਣੀ ਭਗਤ ਬਾਬਾ ਕਬੀਰ ਜੀ ਦੁਆਰਾ ਉਚਾਰਿਆ ਹੋਇਆ ਇਹ ਸ਼ਬਦ ਆਸਾ ਰਾਗ ਦੇ ਵਿੱਚ ਹੈ। ਭਗਤ ਜੀ ਬਚਨ ਕਰਦੇ ਨੇ, ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲਗ ਨਿਵਾਰਾ। ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ। ਪਟੰਬਰ ਦਾ ਅਰਥ ਪੱਟ ਦੇ ਅੰਬਰ, ਪੱਟ ਦੇ ਕੱਪੜੇ, ਰੇਸ਼ਮੀ ਕੱਪੜੇ। ਪਰਮਾਤਮਾ ਦੀ ਰਜ਼ਾ ਵੇਖ, ਉਸ ਮਾਲਕ ਨੇ ਕਈ ਬੰਦਿਆਂ ਨੂੰ ਰੇਸ਼ਮ ਦੇ ਕੱਪੜੇ ਪਾਉਣ ਨੂੰ ਦਿੱਤੇ ਹੋਏ ਨੇ ਤੇ ਕਈਆਂ ਨੂੰ ਨਿਵਾਰੀ ਪਲੰਘ ਸੌਣ ਨੂੰ ਦਿੱਤੇ ਹੋਏ ਨੇ। ਮਖਮਲੀ ਗੱਦੇ ਨੇ ਕਈਆਂ ਦੇ ਕੋਲ, ਐਸ਼ੋ ਆਰਾਮ ਹੈ, ਸੁਖ ਸਹੂਲਤਾਂ ਨੇ, ਲੇਕਿਨ ਹਾਲਾਤ ਐਸੀ ਵੀ ਹੈ। ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ। ਗਰੀ ਗੋਦਰੀ ਦਾ ਅਰਥ ਹੈ ਗਲੀ ਹੋਈ ਗੋਦੜੀ, ਜੁੱਲੀ। ਪਰਾਰਾ ਦਾ ਅਰਥ ਹੈ ਪਰਾਲੀ, ਤੇ ਖਾਨਾ ਦਾ ਅਰਥ ਹੈ ਘਰਾਂ ਵਿੱਚ। ਪਰ ਕਈ ਵਿਚਾਰਿਆਂ ਨੂੰ ਗਲੀ ਹੋਈ ਜੁੱਲੀ ਵੀ ਨਸੀਬ ਨਹੀਂ ਹੁੰਦੀ, ਪਾਟੀ ਗੋਦੜੀ ਵੀ ਨਸੀਬ ਨਹੀਂ ਹੁੰਦੀ, ਤੇ ਕਈ ਘਰਾਂ ਦੇ ਵਿੱਚ ਬਿਸਤਰੇ ਦੇ ਥਾਂ ਪਰਾਲੀ ਹੈ। ਘਾਹ ਤੇ ਸੌਂਦੇ ਨੇ, ਜ਼ਮੀਨ ਤੇ ਸੌਂਦੇ ਨੇ, ਬਿਸਤਰਾ ਨਹੀਂ, ਮੰਜਾ ਨਹੀਂ। ਇਹ ਰਖਵਾਦ ਨ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਹੇ ਮੇਰੇ ਮਨ, ਈਰਖਾ ਤੇ ਝਗੜਾ ਕਿਉਂ ਕਰਦਾ ਹੈ? ਵਿਅਰਥ ਦੇ ਬਕਵਾਦ ਕਿਉਂ ਕਰਦਾ ਹੈ? ਸੁਕ੍ਰਿਤ ਅਰਥ ਨੇਕ ਕਮਾਈ, ਨੇਕ ਕਮਾਈ ਕਰ, ਧਰਮ ਦੀ ਕਮਾਈ ਕਰ। ਹੱਕ ਸੱਚ ਦੀ ਕਿਰਤ ਕਰਕੇ ਤੂੰ ਵੀ ਇਹਨਾਂ ਸਹੂਲਤਾਂ ਨੂੰ ਹਾਸਲ ਕਰ ਸਕਦਾ ਹੈ। ਮਿਹਨਤ ਇੱਕ ਜ਼ਰੀਆ ਹੈ। ਹੱਕ ਤੇ ਸੱਚ ਦੀ ਕਿਰਤ ਕਰਕੇ, ਮਿਹਨਤ ਕਰਕੇ ਤੂੰ ਪਦਾਰਥਾਂ ਦੇ ਸੁੱਖ ਵੀ ਹਾਸਲ ਕਰ ਸਕਦਾ ਹੈ। ਤੇ ਜੇ ਹੱਕ ਤੇ ਸੱਚ ਦੀ ਕਿਰਤ ਕਰੇਗਾ,
ਰੱਬੀ ਗੁਣਾਂ ਨੂੰ ਜ਼ਿੰਦਗੀ ਦੇ ਵਿੱਚ ਵਸਾ ਕੇ ਚੱਲੇਗਾ ਤੇ ਕਿਰਤ ਦੇ ਨਾਲ ਨਾਲ ਪਰਿਪੂਰਨ ਪਰਮਾਤਮਾ ਦੀ ਭਗਤੀ ਵੀ ਤੇਰੇ ਜੀਵਨ ਦੇ ਨਾਲ ਹੋ ਜਾਵੇਗੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਬੀਰ ਜੀ ਨੇ ਆਖਿਆ ਹਾਥ ਪਾਮ ਸਿਓ ਕੰਮ ਕਰ ਚੀਤ ਨਿਰੰਜਨ ਨਾਲ। ਆਪਣੀ ਕਿਰਤ ਕਰਨਾ ਕੋਈ ਮਾੜਾ ਨਹੀਂ, ਕੰਮ ਤੇਰੇ ਹੱਥਾਂ ਨੇ ਤੇਰੇ ਪੈਰਾਂ ਨੇ ਕਰਨਾ, ਤੇਰੇ ਸਰੀਰ ਨੇ ਕਰਨਾ, ਲੇਕਿਨ ਆਪਣੇ ਮਨ ਨੂੰ, ਆਪਣੀ ਸੁਰਤ ਨੂੰ, ਆਪਣੀ ਵਿਚਾਰ ਨੂੰ ਪਰਿਪੂਰਨ ਪਰਮਾਤਮਾ ਦੇ ਨਾਲ ਜੋੜ ਕੇ ਰੱਖ। ਤੇਰੇ ਕੀਤੇ ਹੋਏ ਹਰ ਕੰਮ ਦੇ ਵਿੱਚ ਮਾਲਕ ਦੀ ਰਹਿਮਤ ਤੇ ਬਰਕਤ ਪੈ ਜਾਵੇਗੀ। ਕੁਮਾਰ ਏਕ ਜਮਾਤੀ ਗੁੰਦੀ ਬਹੁਵਿਧ ਬਾਨੀ ਲਾਈ। ਘੁਮਿਆਰ ਨੇ ਇੱਕੋ ਜੀ ਮਿੱਟੀ ਗੁੰਨ ਕੇ ਕਈ ਕਿਸਮਾਂ ਦੇ ਰੰਗ ਲਾ ਕੇ ਕਈ ਤਰ੍ਹਾਂ ਦੇ ਭਾਂਡੇ ਉਹਨੇ ਬਣਾ ਦਿੱਤੇ। ਘੁਮਿਆਰ ਨੇ ਅੱਡ ਅੱਡ ਡਿਜ਼ਾਈਨਾਂ ਦੇ, ਅੱਡ ਅੱਡ ਰੰਗਾਂ ਦੇ ਉਹਨੂੰ ਰੰਗ ਪੋ ਦਿੱਤੇ, ਲੇਕਿਨ ਮਿੱਟੀ ਇੱਕੋ ਹੀ ਤਰ੍ਹਾਂ ਦੀ ਉਹਨੇ ਗੁੰਨੀ ਸੀ। ਉਸੇ ਮਿੱਟੀ ਦੇ ਨਾਲ ਉਹਨੇ ਭਾਂਡੇ ਘੜੇ, ਉਹਨਾਂ ਨੂੰ ਪਕਾਇਆ, ਅੱਡ ਅੱਡ ਉਹਨਾਂ ਨੂੰ ਆਕਾਰ ਦਿੱਤੇ। ਪਕਾਉਣ ਤੋਂ ਬਾਅਦ ਉਹਨਾਂ ਨੂੰ ਰੰਗਾਂ ਦੇ ਨਾਲ ਪੋਥ ਦਿੱਤਾ। ਕਾਹੂ ਮੈਂ ਮੋਤੀ ਮੁਕਤਾਹਲ ਕਾਹੂ ਬਿਆਦ ਲਗਾਈ। ਮੁਕਤਾਹਲ ਦਾ ਅਰਥ ਮੋਤੀਆਂ ਦੀਆਂ ਮਾਲਾਂ। ਕਿਸੇ ਭਾਂਡੇ ਦੇ ਵਿੱਚ ਮੋਤੀਆਂ ਦੀਆਂ ਮਾਲਾਂ ਮਨੁੱਖ ਨੇ ਪਾ ਦਿੱਤੀਆਂ ਤੇ ਕਿਸੇ ਦੇ ਵਿੱਚ ਸਰੀਰ ਨੂੰ ਰੋਗ ਲਾਉਣ ਵਾਲੇ ਸ਼ਰਾਬਾਂ, ਨਸ਼ਿਆਂ ਰੂਪੀ ਜ਼ਹਿਰ ਪਾ ਦਿੱਤੇ। ਘੁਮਿਆਰ ਦੇ ਕੋਲੋਂ ਭਾਂਡਾ ਜਾਂਦਾ, ਕੋਈ ਜਲ ਪਾਉਂਦਾ ਹੈ, ਕੋਈ ਪਾਣੀ, ਕੋਈ ਦੁੱਧ ਦੇ ਲਈ ਯੂਜ਼ ਕਰਦਾ ਹੈ ਤੇ ਕੋਈ ਸ਼ਰਾਬਾਂ ਕੱਢਣ ਦੇ ਲਈ ਯੂਜ਼ ਕਰਦਾ ਹੈ। ਉਸੇ ਤਰ੍ਹਾਂ ਇਸ ਸੰਸਾਰ ਦੇ ਜਿੰਨੇ ਜੀਵ ਰੂਪੀ ਭਾਂਡੇ ਨੇ ਉਸ ਮਾਲਕ ਦੇ ਰਚੇ ਹੋਏ ਨੇ। ਅਵਲ ਅੱਲਾ ਹੈ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇੱਕੇ ਮਿੱਟੀ ਚੋਂ ਨਿਕਲੇ ਹੋਏ ਨੇ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣਹਾਰ ਹੈ। ਨਾ ਕਿਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਘੰਬਾਰ ਹੈ। ਇੱਕੋ ਹੀ ਮਿੱਟੀ ਚੋਂ ਬਣੇ ਹੋਏ ਬਰਤਨ, ਆਕਾਰ ਅਲੱਗ-ਅਲੱਗ ਨੇ, ਰੂਪ ਅਲੱਗ-ਅਲੱਗ ਨੇ, ਬੋਲੀਆਂ ਅਲੱਗ-ਅਲੱਗ ਹੋ ਸਕਦੀਆਂ, ਖਾਣੇ ਪੀਣੇ ਅਲੱਗ-ਅਲੱਗ ਹੋ ਸਕਦੇ, ਲੇਕਿਨ ਵਜੂਦ ਪਰਿਪੂਰਨ ਪਰਮਾਤਮਾ ਦੇ ਨਾਲ ਹੈ, ਇੱਕ ਦੇ ਨਾਲ ਹੈ। ਗਹਿਣੇ ਅੱਡ-ਅੱਡ ਨੇ, ਇੰਨੀ ਅਨੇਕਤਾ ਦੇ ਵਿੱਚ ਵੀ ਖੇਡ ਉਸ ਇੱਕ ਮਾਲਕ ਦੀ ਹੈ, ਜੋ ਵਿੱਚ એનર્ਜੀ ਜਿਹੜਾ ਨੂਰ ਵਸ ਰਿਹਾ ਉਹ ਸਿਰਫ ਤੇ ਸਿਰਫ ਇੱਕ ਪਰਿਪੂਰਨ ਪਰਮਾਤਮਾ ਹੈ, ਅਕਾਲ ਪੁਰਖ ਹੈ। ਸੂਮ ਹੈ ਤਨ ਰਾਖਨ ਕੋ ਦੀਆ ਮੁਕਤ ਕਹੈ ਤਨ ਮੇਰਾ। ਸੂਮ ਕੰਜੂਸ ਬੰਦੇ ਨੂੰ ਦੁਨੀਆ ਦੇ ਵਿੱਚ ਪੈਦਾ ਕੀਤਾ ਧਨ ਜੋੜ ਕੇ ਰੱਖਣ ਦੇ ਲਈ, ਵੀ ਪੈਸਾ ਜੋੜ ਕੇ ਰੱਖ, ਲੇਕਿਨ ਮੂਰਖ ਸੂਮ ਇਹ ਆਖਦਾ ਵੀ ਇਹ ਧਨ ਮੇਰਾ ਹੈ, ਇਹ ਕਮਾਈ ਮੇਰੀ ਹੈ, ਲੇਕਿਨ ਉਹਦਾ ਭਰਮ ਕਦੋਂ ਟੁੱਟਦਾ ਹੈ? ਜਮ ਕਾ ਡੰਡ ਮੂੰਡ ਨ ਲਾਗੈ ਖਿਨ ਮੈਂ ਕਰੈ ਨਵੇਰਾ। ਪਰ ਜਦੋਂ ਜਮਦੂਤ ਦਾ ਡੰਡ ਆ ਕੇ ਵੱਜਦਾ ਨਾ, ਤਦੋਂ ਇੱਕ ਭਲਕ ਦੇ ਵਿੱਚ ਫੈਸਲਾ ਕਰ ਦਿੰਦਾ ਕਿ ਅਸਲ ਦੇ ਵਿੱਚ ਇਹ ਧਨ ਤੇਰਾ ਨਹੀਂ ਹੈ, ਕਿਸੇ ਹੋਰ ਦਾ। ਆਪੋ ਸਤਨਾਮ ਸ਼੍ਰੀ ਵਾਹਿਗੁਰੂ। ਕਹੋ ਕਬੀਰ ਤਬ ਹੀ ਨਰ ਜਾਗੇ ਜਮ ਕਾ ਡੰਡ ਮੂੰਡ ਮੈਂ ਲਾਗਾ। ਅਕਲ ਉਦੋਂ ਹੀ ਹੁੰਦੀ ਹੈ ਜਦੋਂ ਜਮ ਦੀ ਚਪੇੜ ਪੈਂਦੀ ਹੈ, ਕਿਉਂਕਿ ਚਾਰ ਹੀ ਤਰੀਕੇ ਨੇ ਬੰਦੇ ਦੇ ਦੁਨੀਆ ਦੇ ਵਿੱਚ ਕੰਮ ਕਰਨ ਦੇ। ਕਿਸੇ ਗਾਇਕ ਦਾ ਇੱਕ ਗੀਤ ਮੈਂ ਸੁਣਿਆ ਤੇ ਬੜਾ ਪਿਆਰਾ ਲੱਗਾ, ਲਾਈਨ ਉਹਦੀ ਬੜੀ ਚੰਗੀ ਲੱਗੀ ਮੈਨੂੰ। ਕਹਿੰਦਾ ਚਾਰ ਹੀ ਤਰੀਕਿਆਂ ਦੇ ਨਾਲ ਕੰਮ ਕਰੇ ਬੰਦਾ, ਸਦਾ ਸ਼ੌਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ। ਜਾਂ ਤਾਂ ਕੋਈ ਸ਼ੌਕ ਨਾਲ ਕਰੇਗਾ, ਸ਼ੌਕ ਹੋਵੇ ਕੰਮ ਕਰਨ ਦਾ, ਚੰਗੇ ਰਾਹ ਤੇ ਤੁਰਨ ਦਾ, ਧਰਮ ਕਮਾਉਣ ਦਾ ਸ਼ੌਕ ਹੋਵੇ, ਚਾਹ ਹੋਵੇ, ਉਹ ਚਾਹ ਦੇ ਨਾਲ ਕਰੇਗਾ। ਜਾਂ ਫਿਰ ਲਾਲਚੀ ਬਿਰਤੀ ਦੇ ਨਾਲ ਕਰੇਗਾ, ਮਨ ਦੇ ਵਿੱਚ ਲਾਲਚ ਹੁੰਦਾ ਹੈ, ਤੇ ਜਾਂ ਪਿਆਰ ਦੇ ਨਾਲ ਕਰੇਗਾ। ਉਹਨੂੰ ਪਿਆਰ ਦੇ ਨਾਲ ਕਹਿ ਦਿਓ, ਪਿਆਰ ਦੇ ਨਾਲ ਕਿਸੇ ਰਸਤੇ ਤੇ ਤੋਰ ਦੇਵੋ, ਤੁਰ ਪੈਂਦਾ ਹੈ। ਤੇ ਫਿਰ ਇੱਕ ਮਾਤਰ ਰਸਤਾ ਤੇ ਫਿਰ ਪਿੱਛੇ ਬਚਦਾ ਹੀ ਹੈ, ਜਿਹੜਾ ਆਖਰੀ ਰਾਹ ਹੈ ਕੀ ਹੈ? ਡੰਡਾ। ਫਿਰ ਛਿੱਤਰ ਦੇ ਨਾਲ ਤਾਂ ਬੰਦਾ ਸਹੀ ਰਾਹ ਤੇ ਤੁਰਦਾ ਹੀ ਤੁਰਦਾ ਹੈ। ਇਹ ਫਿਤਰਤ ਹੈ। ਫਿਤਰਤ ਦੇ ਹਿਸਾਬ ਦੇ ਨਾਲ ਮਾਲਕ ਸਾਡੇ ਕਰਮਾਂ ਦੀ ਸਾਨੂੰ ਸਜ਼ਾ ਦਿੰਦਾ ਹੈ, ਫਿਤਰਤ ਦੇ ਹਿਸਾਬ ਦੇ ਨਾਲ। ਕਿਉਂਕਿ ਕਰਮ ਚੰਗਾ ਜਾਂ ਮਾੜਾ ਨਹੀਂ ਹੁੰਦਾ, ਕਰਮ ਕਰਨ ਦੇ ਪਿੱਛੇ ਦਾ ਮਕਸਦ ਇਹ ਡਿਸਾਈਡ ਕਰਦਾ ਹੈ ਵੀ ਬੰਦੇ ਨੂੰ ਕਿਹੋ ਜਿਹਾ ਫਲ ਮਿਲਣਾ ਹੈ। ਅੱਗੇ ਹਜ਼ੂਰ ਨੇ ਬਚਨ ਕੀਤੇ, ਹਰ ਜਨ ਊਤਮ ਭਗਤ ਸਦਾ ਵੈ ਆਗਿਆ ਮਨ ਸੁਖ ਪਾਈ। ਜੋ ਮਨੁੱਖ ਪਰਮਾਤਮਾ ਦਾ ਸੇਵਕ ਬਣ ਕੇ ਰਹਿੰਦਾ ਹੈ ਤੇ ਉਹ ਪਰਮਾਤਮਾ ਦਾ ਹੁਕਮ ਮੰਨ ਕੇ ਸੁਖ ਮਾਣਦਾ ਹੈ ਤੇ ਜਗਤ ਵਿੱਚ ਨੇਕ ਭਗਤ ਸਦਾਉਂਦਾ ਹੈ। ਮਾਲਕ ਦੀ ਰਜ਼ਾ ਨੂੰ ਜ਼ਿੰਦਗੀ ਦੇ ਵਿੱਚ ਕਮਾਇਆ, ਉਹਦੇ ਹੁਕਮ ਦੇ ਅਧੀਨ ਚੱਲਿਆ, ਕਰਮ ਕੀਤੇ, ਕਿਰਤ ਕੀਤੀ, ਦੌਲਤ ਵੀ ਕਮਾਈ, ਲੇਕਿਨ ਮਾਲਕ ਦੀ ਰਜ਼ਾ ਨਹੀਂ ਛੱਡੀ, ਰੱਬੀ ਗੁਣ ਨਹੀਂ ਛੱਡੇ,
ਉਹਦੀ ਭਗਤੀ ਦਾ ਚਾਓ ਮਨ ਦੇ ਵਿੱਚ ਲੈਣ ਨਹੀਂ ਦਿੱਤਾ, ਤੇ ਸਦਾ ਉਹ ਧਰਮੀ ਅਖਵਾਉਂਦਾ ਹੈ। ਜੋ ਤਿਸ ਪਾਵੇ ਸਤਿਕਰ ਮਾਨੇ ਭਾਣਾ ਮਨ ਵਸਾਈ। ਪ੍ਰਭੂ ਦੀ ਰਜ਼ਾ ਮਨ ਵਿੱਚ ਵਸਾਉਂਦਾ, ਤੇ ਜੋ ਪ੍ਰਭੂ ਨੂੰ ਭਾਉਂਦਾ ਉਸੇ ਨੂੰ ਠੀਕ ਮੰਨਦਾ, ਉਸੇ ਨੂੰ ਠੀਕ ਸਮਝ ਕੇ ਚੱਲਦਾ ਹੈ। ਕਹੈ ਕਬੀਰ ਸੁਨੋ ਰੇ ਸੰਤੋ ਮੇਰੀ ਮੇਰੀ ਝੂਠੀ। ਕਬੀਰ ਜੀ ਕਹਿੰਦੇ ਨੇ ਮੇਰੀ ਮੇਰੀ ਨਾ ਕਰ, व्यर्थ है मेरा मेरा करना, की है तेरा मेरी मेरी कैरों करते दुर्योधन से भाई। 12 जोजन छतर चलिया था देही गिरजन खाई। मेरी मेरी तो दुर्योधन ने भी कीता सी, दुर्योधन के भरावां ने भी कीता सी, गंधारी का 100 पुत सी। दुर्योधन मेरी मेरी करदा सी, भरावां दा हक मारिया। हंकार दे विच आके माया दे अभिमान दे विच आके उन्हें अपनी भरजाई द्रौपदी नूं भरी सभा दे विच बेइज्जत करन दा भारी पाप कीता दुर्योधन ने हंकार दे विच। फिर महाभारत का जंग होया जो इतिहास दे विच असीं पढ़दे हां, ते जिहड़े दुर्योधन दे कोले एडी वड्डी सेना सी भी 12 जोजन तक ओदा छतर झुलदा सी, एडी वड्डी सेना सी ओदे कोले, एडी प्रभुता सी, इन्ना पैसा सी। लेकिन दुर्योधन दा अंत की होया? देही गिरजन खाई। ओदी देह नूं लवारस पई देह नूं जंगे मैदान दे विच गिरजा ने खादा। आखो सतनाम श्री वाहिगुरू। यह है हंकार दा नतीजा। कहे कबीर सुनोरे संतो मेरी मेरी झूठी। कबीर जी कहते ने सुन लो दुनिया दे लोको, मेरी मेरी ना कर, मेरी मेरी करना व्यर्थ दा अडंबर है, झूठ है, कूड़ है। चिरगट ठार चराटा ले गयो हरी तागरी छूटी। चिरगट दा अर्थ है पिंजरा, चटारा, चटारा दा अर्थ है चिड़ा, ते तरी तागरी दा अर्थ है कुज्जी ते ठूठी। हुण पिंजरे दे विच एक चिड़ा कैद करके रखिया होया, ते चिड़े दे लई ओदी जिहड़ी छोटी जी कुज्जी ते ठूठी पानी वाली ओनू जिहदे विच भोजन पाया जांदा ओह रखी हुई है। ते एक बिल्ला आउंदा ते पिंजरे नूं पाड़ के चिड़े नूं कढ के लै जांदा है, ते मगर की रह गया? ठूठी ते कुजी रह गई पिछे पिंजरे दे विच। उसे तरह तेरे शरीर की मनियाद है, जिवें पिंजरे नूं पाड़ के एक बिल्ला चिड़े नूं फड़ के लै जाए, उस पिंजरे दे विच पंछी दी कुजी ते ठूठी ही रह जाती है, तिवें मौत आउण तो बाद बंदे दे खाण पीण वेले पदार्थ सारे इत्थे दुनिया ते व्यर्थ ही रह जाते हैं। आखो सतनाम श्री वाहिगुरू। जागत सोया जन्म गवाया, माल धन जोड़िया भया पराया। बड़ा धन जोड़िया, सारी जिंदगी ला दी बंदे ने, खून पसीना नचोड़ दिता, एक सेकंड भी साह नहीं लिया, पैसा जोड़ लिया, दौलतां कमा लिया, हुण शरीर बुजुर्ग हो गया। नैनो नीर वह तन खीना, केस वहे दुधवानी, रुदा कंठ शब्द नहीं उचरै, अब क्या करे पुरानी। हुण बुढ़ापा आ गया, बड़ा पैसा जोड़ लिया, हुण वो पैसा दवाइयां ते लग रहा। गो सतनाम श्री वाहिगुरू। जिन्हों सुखां ते नहीं खरीदिया सी, हुण खाना भी नहीं पचदा, रोटी नहीं खा सकता। डॉक्टर ने सब कुछ मना कर दिता भी तेरे शरीर नूं रोग लगे ने, तू तलिया नहीं खाना, तू मिठा नहीं खाना, तू फिक्का नहीं खाना, तू दाल नहीं खानी, तू वो नहीं करना। बड़ा दुखी हो गया। सारा जिहड़ा धन जोड़िया होया वो पराए उहदे नाल सुख लै रहे ने। माल धन जोड़े भया पराया, ते फिर क्यों उस रब दी रजा नूं विसार के जिंदगी दे विच बैठा। हंकार दे विच बंदा हंकारी बोल बोलणों नहीं हटदा। अभिमानी सुरत दा बंदा मालक दी रजा नूं, मालक दी दित्ती देन नूं ठोकरा मारदा। हंकार ना कर, हंकार दे बोल ना बोल। जो मालक ने दिता शुक्र करके उहदा भाणा मन के अकाल पुरख दे शुक्र दे विच जिंदगी गुजार। क्योंकि कई बारी भोजन हुंदा ना, भोजन दी थाली किसी दे सामने रखो ते लोग ये गल कह देंदे ने भी इहो जिहा रोटी तो साडे घर दे कुत्ते भी नहीं खांदे। आखो सतनाम श्री वाहिगुरू। ठोकरा मार देंदे ने रोटी नूं। ते बड़ा प्यारा बचन सतगुरां ने कहा, कबू खीर खांड घ्यो नहीं भावै, कबू घर घर टूक मंगावै, कबू कूर ने चने बनावै। कहंदे कदे कदे बंदे दी फितरत ऐसी बन जाती है भी खीर खांड घ्यो, खीर दुध दे नाल बने हुए पदार्थ, खीर वर्गा उत्तम पदार्थ भोजन, खंड घ्यो ये भी चंगे नहीं लगते। ते कदे कदे हालात मालक ऐसी कर दिंदा भी घर घर टुकड़ मंगण दे लई मजबूर हो जाता। को सतनाम श्री वाहिगुरू। कबों घर घर टूक मंगावे,
हंकार ना कर, अभिमान ना कर, मालक दी रजा दे अधीन जिंदगी कर ला, जो उन्हें दिता शुक्र करके जिंदगी दे विच कमा ला। क्योंकि हालात ऐसे भी ने, तुसीं वेखिया होना, कदे वड्डे पैलसां दे बाहर जाके वेखियो, गरीब तबकियां दे लोग पहला ही आके खड़ जाते हैं, आपू अपना डस्टबिन मल के खड़ जाते हैं भी आह डस्टबिन मेरा, आह डस्टबिन तेरा। कारण की है? क्योंकि पैलस वाले ने जिहड़ा जूठा भोजन सुट्टना, कूड़े दे विचों जूठा खाना चक के खाण दे लई मजबूर ने। हो कबू कूर ने चने बनावे, कूड़े दे विचों छोले लभ के खाण दे लई मजबूर ने, ताकि साडे तो पहला कोई ना चक लवे। गुरु ग्रंथ साहिब महाराज दी हजूरी दे विच हां ये असी अपनी अखीं प्रतੱਖ देखिਆ। मैं किसी रेलवे स्टेशन के उत्ते रेलवे लाइन दे विच डिग्गिया होया जूठा समोसा एक बंदे ने चक के खाधा। सोचो किड्डा मजबूर होवेगा उहदा जीवन, किन्नी भुख दी अग लगी होएगी उहदे ढिड नूं, की पता किन्ने दिनों का भुखा होवेगा जिहड़ा मजबूर हो गया गंदगी दे विचों पिया होया भोजन चक के खाण दे लई। ज्यों राम राखै त्यों रहिए रे भाई, हर की महिमा किच कथ ना जाई। जिद्दां रब ने रखिया उदा राजी रह, मालक दी रजा दे खिलाफ ना चल, मालक दे भाणे दे अंदर चल। अगे सतगुरां ने बचन कीते, कबू तुरे तरंग नचावे, कबू पाए पनियो न पावे। कदे कदे इन्ना अमीर बना दिंदा भी उत्तम किस्म के घोड़े होंदे ने, सोहणियां चालां वाले, ते जदों बंदा उन्हां दी सवारी करदा मानो इंज लगदा भी घोड़े नच रहे होण। हुण इत्थे घोड़े ला लो, बेशक गड्डियां ला लो महंगियां 50-50 लाख दियां किसी दे कोले चढ़न दे लई है, ते कईयां दी हालात इहो जी है, कबू पाए पनियों न पावे, पैरां दे विच पाउण दे लई जुत्ती भी नहीं। आखो सतनाम श्री वाहिगुरू। कबहू खाट सुपेदी सवावे, कबू भूम प्यार न पावे। कदे किसी मनुख नूं चिट्टे विछौणियां वाले पलंग उत्ते सौना नसीब हो जाता है, मखमली गद्दे नसीब हुंदे ने, चंगी नींदर नसीब हुंदी है। ते कदे ऐसे भी मनुख ने दुनिया दे उत्ते जिहड़े धरती ते सौंदे ने, जिन्हां दे कोले थल्ले विछाउण नूं विछाई भी नहीं, थल्ले विछाउण नूं एक चादर भी नहीं। भगत नाम दिओ एक नाम निस्तारे, जिह गुर मिले तै पार उतारे। ते नामदेव आखदा है प्रभु दा नाम ही एक है जो इन्हां दोनों हालातां दे विचों अछोह रख के पार लगाउंदा है। मालक दे नाम दी शरण फड़, जिहड़ा सुखां ते दुखां तो बचा के परिपूर्ण परमात्मा दे दर तक लैके जांदा है, ते असली आत्मिक आनंद बख्शदा जिंदगी नूं। जे गुर मिले तो पार उतारे, ते जे मैनूं सच्चा गुरु मिल पवे, मेहरामत करे, कृपा करे, मेरी जिहड़ी अमीरी दी आकड़ नूं खत्म कर देवे, ते गरीबी दी घबराहट नूं खत्म करके रब दी रज़ा नूं मेरी जिंदगी दे विच वसा देवे। शुक्र करके चल मालक दा, क्योंकि बाबा बिख देखिया संसार, रखिया करो गुसाई मेरे। मैं नाम तेरा आधार, ये सारा संसार बिख है, ये सारा संसार झूठ है। मेहरामत कर झूठ तो मेरी रखिया कर, मेरी जीवन नूं असली आत्मिक जीवन देने वाला, असली आनंद देने वाला तेरा नाम दी रज़ा मैनूं बख्श। बड़ा प्यारा वचन किया भी माया के लालच के पिछे लग के बंदा किद्दां अन्ना हो जाता है। माया मोह मगन अंधियारे देवन हार ना जाना। दीवाना दे विच असीं वचन कीते सी, गुरु साहब का यह पावन शब्द है भी माया के मोह दे विच इन्ना अन्ना हो गया भी देन वाले का नाम नहीं पता। जियो पिंड साज जिन रचिया, बाले अपनो करमान है। जिसने जियो पिंड दिता, शरीर दिता, लेकिन इस शरीर के हंकार दे विच सदा अपने आप का ही बल गिणदा रहिंदा है, अपने आप की जय जयकार करता रहिंदा है, ना शुकरा बनया बैठा है। दे कवाड़ अनेक पढ़दे मैं परदारा संग फाका, चित्रगुप्त जब लेखा मांगे तब कौन पढ़दा तेरा टाका। अनेका पढ़दियां दे विच बूहे बारियां बंद करके कुकर्म करदा, भैड़े कर्म करदा, भैड़ी सोचनी रखदा है, दुनिया तो लुको लवेगा। लेकिन मालक दे फरिश्तियां ने, चित्रगुप्त ने जो तेरियां करतूतां तो पर्दा चक्या, सच जानी भी दुनिया दे विच किसे दे विच ताकत नहीं जिहड़ा तेरे ते पर्दा ढक सके। आखो सतनाम। मन मूड़े देख रहे हो प्रभ स्वामी, जो किछ करे सोई सोई जाने, रहे न कछुए छानी। मूर्ख मन, वो परमात्मा की निगाह सदा तेरे ते, तेरी हर एक करतूत ते वो नजर रखी बैठा है,
ਤੈਨੂੰ ਹਿਸਾਬ ਦੇਣਾ ਪੈਣਾ। ਤੇਰੀ ਕੋਈ ਕਰਤੂਤ ਲੁਕੀ ਨਹੀਂ ਰਹਿ ਸਕਦੀ। ਦੁਨੀਆ ਦੀਆਂ ਅਦਾਲਤਾਂ ਨੂੰ ਪੈਸਾ ਦੇ ਕੇ ਲਾਲਚ ਦੇ ਨਾਲ ਖਰੀਦਿਆ ਜਾ ਸਕਦਾ ਹੈ। ਦੁਨੀਆ ਦੀ ਅਦਾਲਤਾਂ ਦੇ ਜਿਹੜੇ ਜੱਜ ਬੈਠੇ ਨੇ, ਨਿਆਇਧੀਸ਼ ਬੈਠੇ ਨੇ, ਲਾਲਚੀ ਹੋ ਸਕਦੇ ਨੇ, ਲੇਕਿਨ ਮਾਲਕ ਦੀ ਅਦਾਲਤ, ਸਤਿਗੁਰਾਂ ਨੇ ਬਚਨ ਕੀਤੇ, ਸੱਚਾ ਆਪ ਸੱਚਾ ਦਰਬਾਰ। ਉਹਦਾ ਦਰਬਾਰ ਵੀ ਸੱਚਾ, ਉਹ ਖੁਦ ਵੀ ਸੱਚਾ, ਤੇ ਉਹਦੇ ਦਰਬਾਰ ਦੇ ਵਿੱਚ ਕੰਮ ਕਰਨ ਵਾਲੇ ਦਰਬਾਰੀ ਵੀ ਸੱਚੇ ਨੇ, ਰਿਸ਼ਵਤਖੋਰ ਨਹੀਂ। ਉਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕਟੇ ਜੇ ਜਮਾਲਿਆ। ਮਾਲਕ ਦੀ ਦਰਗਾਹ ਦੇ ਵਿੱਚ ਸਿਰਫ ਸੱਚ ਦੇ ਨਿਬੇੜੇ ਹੁੰਦੇ ਨੇ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਜਿਹੋ ਜੇ ਖੇਤ, ਜੀਵਨ ਰੂਪੀ ਖੇਤ ਦੇ ਵਿੱਚ ਕਰਮਾਂ ਦੀ ਖੇਤੀ ਕੀਤੀ ਹੋਵੇਗੀ, ਉਹੋ ਜਿਹਾ ਫਲ ਤੈਨੂੰ ਮਾਲਕ ਨੇ ਬਖਸ਼ ਦੇਣਾ। ਕੋ ਸਤਿਨਾਮ ਸ਼੍ਰੀ ਵਾਹਿਗੁਰੂ। ਵੀ ਹੁਣ ਅਸੀਂ ਸੋਚਣਾ ਹੈ ਵੀ ਖੇਤੀ ਕੈਸੀ ਹੋਵੇ, ਖੇਤੀ ਫਾਇਦੇ ਵਾਲੀ ਹੋਵੇ ਜਾਂ ਨੁਕਸਾਨ ਵਾਲੀ ਹੋਵੇ। ਫਸਲ ਬੀਜਦਾ ਨਾ ਕਿਸਾਨ, ਕਿਸਾਨ ਕੀ ਸੋਚਦਾ ਵੀ ਇਸ ਸੀਜ਼ਨ ਦੇ ਵਿੱਚ ਕਿਹੜੀ ਫਸਲ ਦਾ ਮੁੱਲ ਜ਼ਿਆਦਾ ਹੈ, ਮੈਂ ਉਹੀ ਫਸਲ ਬੀਜਾਂ, ਕਿਉਂਕਿ ਘਾਟਾ ਖਾਣਾ ਮਨਜ਼ੂਰ ਨਹੀਂ। ਤੇ ਜੀਵਨ ਦੇ ਵਿੱਚ ਘਾਟਾ ਕਿਉਂ ਖਾ ਰਿਹਾ? ਜੀਵਨ ਦੇ ਵਿੱਚ ਵੀ ਉਹ ਬੀਜ ਜਿਹਦਾ ਮੁੱਲ ਮਾਲਕ ਦੇ ਦਰ ਤੇ ਪਵੇ, ਕਿਉਂਕਿ ਦੁਨੀਆ ਤੇਰੇ ਜੀਵਨ ਦਾ ਮੁੱਲ ਨਹੀਂ ਪਾ ਸਕਦੀ। ਦੁਨੀਆ ਦੀ ਪਹੁੰਚ ਸਿਰਫ ਤੇਰੇ ਸਰੀਰ ਤੱਕ ਹੈ, ਲੇਕਿਨ ਮਾਲਕ ਨੇ ਤੇਰੀ ਆਤਮਾ ਨੂੰ ਫਲ ਦੇਣਾ ਹੈ। ਮਾਲਕ ਨੇ ਤੇਰੇ ਕਰਮਾਂ ਦਾ ਨਿਬੇੜ ਕਰਨਾ ਹੈ। ਮਾਲਕ ਦਾ ਸੰਬੰਧ ਤੇਰੀ ਸੁਰਤ ਤੇ ਤੇਰੀ ਵਿਚਾਰਧਾਰਾ ਦੇ ਨਾਲ ਹੈ। ਮਾਇਆ ਦੇ ਵਿੱਚ ਅੰਨਾ ਨਾ ਹੋ। ਮਾਇਆ ਕੀ ਹੈ? ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ। ਇਹ ਐਸੀ ਮੋਹਣੀ ਠੱਗਣੀ ਹੈ, ਇਹਦੇ ਦੰਦ ਨਹੀਂ, ਲੇਕਿਨ ਬਿਨਾਂ ਦੰਦਾਂ ਤੋਂ ਬੰਦੇ ਦੇ ਜ਼ਮੀਰ ਨੂੰ ਖਾ ਜਾਂਦੀ ਹੈ। ਮਾਇਆ ਦਾ ਲਾਲਚ ਇੱਕ ਭਰਾ ਨੂੰ ਐਡਾ ਗਰਾ ਦਿੰਦਾ ਵੀ ਆਪਣੀ ਭੈਣ ਨੂੰ ਬਾਜ਼ਾਰ ਦੇ ਵਿੱਚ ਵੇਚ ਆਉਂਦਾ ਹੈ। ਮਾਇਆ ਦਾ ਲਾਲਚ ਇੱਕ ਪਿਤਾ ਦੇ ਵਿਵੇਕ ਨੂੰ ਐਡਾ ਖਤਮ ਕਰ ਦਿੰਦਾ ਵੀ ਆਪਣੀ ਬੇਟੀ ਨੂੰ ਵੇਚਣ ਦੇ ਲਈ ਮਜਬੂਰ ਹੋ ਜਾਂਦਾ ਹੈ। ਇਹ ਹੈ ਮਾਇਆ। ਐਡੀ ਵੱਡੀ ਦੁਸ਼ਟ ਪਾਪਣ ਨੂੰ ਤੂੰ ਆਪਣੀ ਸੁਰਤ ਦੇ ਵਿੱਚ ਵਸਾ ਕੇ ਰੱਖਿਆ ਹੋਇਆ। ਮਾਇਆ ਕੀ ਹੈ? ਇਹ ਨਹੀਂ ਥੱਕਦੀ। ਥਾਕੇ ਨੈਣ ਸਰਵਨ ਸੁਨ ਥਾਕੇ, ਥਾਕੀ ਸੁੰਦਰ ਕਾਇਆ। ਜਰਾ ਹਾਕਦੀ ਸਭ ਮਤ ਥਾਕੀ, ਏਕ ਨਾ ਥੱਕ ਸਮਾਇਆ। ਤੇਰੀਆਂ ਅੱਖਾਂ ਥੱਕ ਜਾਣਗੀਆਂ ਇਹਦੇ ਤਮਾਸ਼ੇ ਵੇਖਦੇ ਵੇਖਦੇ, ਤੇਰੇ ਕੰਨ ਥੱਕ ਜਾਣਗੇ ਇਹਦੇ ਬੋਲ ਬਾਲੇ ਸੁਣਦੇ ਸੁਣਦੇ, ਤੇਰਾ ਬੁੱਢਾ ਹੋ ਕੇ ਸਾਰਾ ਸਰੀਰ ਥੱਕ ਜਾਵੇਗਾ, ਲੇਕਿਨ ਤੈਨੂੰ ਲਲਚਾਉਣੋਂ ਕਦੇ ਮਾਇਆ ਨੇ ਨਹੀਂ ਥੱਕਣਾ। ਕੋ ਸਤਿਨਾਮ ਸ਼੍ਰੀ ਵਾਹਿਗੁਰੂ। ਮਨਮੁਖ ਖਾਦੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ। ਇਹ ਐਸੀ ਠੱਗਣੀ ਹੈ, ਮਨਮੁਖਾਂ ਨੂੰ ਖਾ ਜਾਂਦੀ ਹੈ। ਤੇ ਜਿਹੜੇ ਗੁਰਮੁਖ ਹੁੰਦੇ ਨੇ, ਜਿਹੜੇ ਇਹਦਾ ਲਾਲਚ ਨਹੀਂ ਕਰਦੇ, ਜਿਹੜੇ ਇਹਦੀ ਪੂਜਾ ਨਹੀਂ ਕਰਦੇ, ਜਿਹੜੇ ਰੱਬ ਦੀ ਰਜ਼ਾ ਨੂੰ ਜ਼ਿੰਦਗੀ ਦੇ ਵਿੱਚ ਵਸਾ ਕੇ ਚੱਲਣ, ਜਿਨ੍ਹਾਂ ਦੇ ਅੰਦਰ ਗੁਰੂ ਦਾ ਬਖਸ਼ਿਆ ਹੋਇਆ ਗਿਆਨ ਤੇ ਵਿਵੇਕ ਹੈ, ਉਹਨਾਂ ਦੇ ਇਹ ਨੇੜੇ ਨਹੀਂ ਜਾਂਦੀ, ਉਹਨਾਂ ਦੀ ਇਹ ਦਾਸੀ ਬਣ ਕੇ ਰਹਿੰਦੀ ਹੈ। ਤੇ ਮਾਲਕ ਦੀ ਕਿਰਪਾ ਦੇ ਨਾਲ ਉਹ ਆਪਣੇ ਜੀਵਨ ਦੀ ਬੇੜੀ ਨੂੰ ਇਸ ਭਵਸਾਗਰ ਚੋਂ ਪਾਰ ਲਵਾ ਲੈਂਦੇ ਨੇ। ਬਿਨ ਨਾਮ ਹੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਰਾ ਜਗ ਕਮਲਾ ਬੌਰਾਨਾ ਫਿਰਦਾ, ਬੌਰਾਨਾ ਵਿਵੇਕਹੀਨ ਫਿਰਦਾ ਹੈ। ਜਿਸ ਦੇ ਜੀਵਨ ਦੇ ਵਿੱਚ ਮਾਲਕ ਦੀ ਰਜ਼ਾ ਨਹੀਂ, ਹਜ਼ੂਰ ਕਹਿੰਦੇ ਗੁਰਮੰਤਰਹੀਣ ਸੇ ਜੋ ਪ੍ਰਾਣੀ, ਤ੍ਰਿਗੰਤ ਜਨਮ ਪ੍ਰਸ਼ਟਣ। ਲਾਹਨਤਾ ਜੋਗ ਹੈ ਉਹਦਾ ਜੀਵਨ ਜਿਹਦੇ ਜੀਵਨ ਦੇ ਵਿੱਚ ਸੱਚ ਨਹੀਂ, ਸੱਚ ਦੀ ਵਿਚਾਰ ਨਹੀਂ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵ ਹੈ ਤ੍ਰਿਗ ਜੀਵਾਸ। ਜਿਹੜਾ ਕਦੇ ਸੱਚੇ ਗੁਰੂ ਦੀ ਸੰਗਤ ਵਿੱਚ ਨਹੀਂ ਆਇਆ, ਕਦੇ ਸੱਚ ਦੀ ਵਿਚਾਰ ਨੂੰ ਸੁਣਿਆ ਨਹੀਂ, ਕਦੇ ਜ਼ਿੰਦਗੀ ਦੇ ਵਿੱਚ ਧਾਰਨ ਨਹੀਂ ਕੀਤਾ, ਐਸੀ ਮਰੀ ਹੋਈ ਜ਼ਮੀਰ ਦਾ ਵੀ ਕੋਈ ਜੀਵਨ ਹੈ ਜੀ? ਆਪਣੀ ਜ਼ਮੀਰ ਨੂੰ, ਆਪਣੀ ਆਤਮਾ ਨੂੰ ਖੋਖਲਾ ਕਰਕੇ ਜੀਣਾ ਵੀ ਕੋਈ ਜੀਣਾ ਹੁੰਦਾ ਹੈ? ਜੀਣਾ ਹੈ ਤੇ ਮਾਲਕ ਦੀ ਰਜ਼ਾ ਦੇ ਅਧੀਨ ਹੋ ਕੇ ਜੀ। ਮਰਨਾ ਹੈ ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰਾ ਤਾਂ ਹਰ ਕੈ ਦਵਾਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਮਰਨ ਦਾ ਚਾਹ ਹੈ ਤਾਂ ਮਾਲਕ ਦੇ ਰਜ਼ਾ ਦੇ ਉੱਤੇ ਆਪਣਾ ਆਪ ਖਤਮ ਕਰਦੇ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਧੰਦਾ ਕਰਦਿਆਂ ਨਿਹਫਲ ਜਨਮ ਗਵਾਇਆ, ਸੁਖਦਾਤਾ ਮਨ ਵਸਾਇਆ। ਧੰਦੇ ਕਰਦਾ, ਧੰਦੇ ਕਰਨੇ ਮਾੜੇ ਨਹੀਂ, ਕਿਰਤ ਕਮਾਈਆਂ ਕਰਨਾ ਮਾੜੀ ਨਹੀਂ। ਤੂੰ ਖੇਤੀ ਕਰ, ਤੂੰ ਨੌਕਰੀ ਕਰ, ਤੂੰ ਬਿਜ਼ਨਸ ਕਰ, ਲੇਕਿਨ ਬਿਜ਼ਨਸ ਖੇਤੀ ਨੌਕਰੀ ਦੇ ਵਿੱਚ ਖਚਤ ਹੋ ਕੇ ਕਿਤੇ ਰੱਬ ਨੂੰ ਨਾ ਭੁਲਾ ਦੇਈਂ, ਮਾਲਕ ਦੀ ਰਜ਼ਾ ਨੂੰ ਨਾ ਭੁਲਾ ਦੀ। ਧੰਦਾ ਕਰਦਿਆਂ ਨਿਹਫਲ ਜਨਮ ਗਵਾਇਆ, ਸਿਰਫ ਧੰਦੇ ਕਰਨ ਦੇ ਵਿੱਚ ਹੀ ਤੂੰ ਆਪਣੇ ਜਨਮ ਨੂੰ ਵਿਅਰਥ ਗਵਾ ਲਿਆ। ਅਸਲੀ ਸੁਖ ਦੇਣ ਵਾਲਾ ਸੁਖ ਦਾਤਾ
मन ना वसाया। जिसने खुशी बख्शनी सी उन्होंने नहीं कदे वसाया। दौलतां इकट्ठियां कर लियां, पैसे जोड़ ले, करोड़ां अरबां रुपया जोड़ लिया, लेकिन अज वो दौलत बीमारियां दे इलाज दे लई काम आ रही है। कोई सतनाम श्री वाहिगुरू। हस्पतालों दे विच उस दौलत का इस्तेमाल हो रहा है। मैं कई बार बेनती की भी पैसा खुशी नहीं दिंदा, मालक की रजा दे नाल खुशी मिलती है। जे सच्चे रब की रहमत होवे ते नंगे पैरी कंडियां ते खड़े नूं भी हसण ला दिंदा है, सूली ते चढ़े नूं भी हसण ला दिंदा है। जिहदे रंबियां दे नाल खोपड़ लैंदे होण वो भी अकाल पुरख दा शुक्र करदा है। जिहड़ा तत्ती तवी ते बैठा होवे वो भी उहदे भाणे नूं मिठा करके मनदा। ये है रब दी नदर। ते जे नदर उपट्ठी हो जावे ते तख्त ते बैठे सुल्तान नूं भी घाह खाण दे लई मजबूर कर दिंदा है। मैं इन्नी नैणी कई वारी कुदरत दे रंग भी तक्के ने, ओ खून प्यासे बन जांदे मां जाए वीर जो सके ने। तख्ते ते चढ़ के बहिंदे सी जो तख्तां ते चढ़ के बहिंदे सी, तख्ते ते खड़दे वेखे मैं। तख्तां दा भाव राज तख्त, जिन्हां कोले राज तख्त सी उन्होंने हालात किसी वक्त ऐसी हुई तख्ते ते खड़ना पिया, पा फांसी के फट्टे ते उन्होंने खड़ा के उन्होंने फाहा दिता गया। बड़े उदाहरण तुहानूं मिल जाणगे इतिहास दे विचों। सदाम हुसैन ईरान का जिहड़ा राजा, बड़ी प्रभुता सी सदाम हुसैन कोले, सारी जिहड़ी पावर उहदे हथ दे विच। किसी वक्त सदाम हुसैन का सिक्का चलता सी, सिक्का। लेकिन उस सदाम हुसैन नूं तख्ते ते खड़ा के उहदी फांसी नूं लाइव टैलीकास्ट किया गया सी सारी दुनिया सामने। यूट्यूब ते वीडियो पई है, तुसीं वेख लिओ। जो तख्तां ते चढ़ के बहिंदे सी, तख्ते ते खड़दे वेखे मैं। जो लू लगण तो डरदे सी वो अग विच सड़दे वेखे मैं। बड़ा सेंसिटिव शरीर हुंदा जिन्हां दा, लू गर्मी बर्दाश्त नहीं हुंदी, लेकिन अग दे विच सड़दे होए भी उन्हां नूं वेख्या जा सकदा है। जो सूल चिबण तो डरदे सी सूली ते चढ़दे तक्के ने। जिन्हां नूं सूल दा भी डर लगदा सी ना, सूल दी पीड़ नहीं बर्दाश्त करदे सी, वो सूलियां दे उत्ते चढ़दे वेखे ने। ऐसा एक उदाहरण आउंदा है। मैं एक बार दी साखी याद आई। एक नगर दे विचों एक फकीर लंघ रहा सी। ध्यान नाल सुणिओ। मालक दी रजा नूं जिउं राम रखे त्यों रहिए भाई। जिद्दां मालक ने रखे उदां खुश रहा कर, हंकार ना कर। एक फकीर किसी नगर दे विचों लंघ रहा, कन्नां दे विच आवाज पई, मर गए बचा लो, हाय बचा लो, हाय बचा लो। किसी दे चीकण दी करलाउण दी आवाज है। फकीर हैरान होया, सुनिया, खड़ के आला दुआला वेख्या भी एक इहदे रोण दी चीकां दी आवाज आ रही है। लगदा कोई मुसीबत दे विच है, कोई मदद दे लई पुकार रहा। ध्यान मारिया, कोई नहीं दिखिया ते जिधरों आवाज आ रही सी, आवाज दे रुख वाल नूं तुर पिया। अगे एक बड़ी हवेली है, बड़ी वड्डी आलीशान शानदार उच्ची हवेली। उहदे दरवाजे दे सामने खड़ा हो गया। वो जिहड़ी रोण दी चीकण दी करलाउण दी आवाज उस हवेली दे विचों आ रही सी। फकीर जी उस हवेली के अंदर चले गए। वेखिए तो सही भी कौन रो रहा, एडा तड़फ रहा। जाके की नज़ारा वेख्या भी एक रुख दे नाल एक औरत नूं बद्धा होया, उहदे नाल एक आदमी खड़ा जिहड़ा डंडियां दे नाल बड़ी बुरी तरह उस औरत नूं कुट रहा। ते उससे सामने एक बड़े संघासन दे उत्ते, कुर्सी दे उत्ते ला लो, एक औरत बैठी है जिन्हें बड़े महंगे वस्त्र पाए ने, बड़ा गहना शरीर के उत्ते पाया, सोना। वेखण दे विच बड़ी धनी जाप रही है। फकीर ने यह नज़ारा जो वेख्या तो अगे जाके वधिया ते जाके पुछया रहा नहीं गया। कहता बीबा, वो धनी औरत नूं सवाल किया, कहता क्यों मार रहे हो इस औरत नूं, एडी बुरी तरह इनू क्यों कुटिया जा रहा। इहदे रोण दी चीकण दी करलाउण दी आवाज नगर दे बाहर तक सुन रही है। मैं इहदी आवाज सुन के इत्थे आया। ऐसा की गुनाह कर दिता इन्हें भी तुसी इनू एडी बुरी तरह मार रहे हो रुख दे नाल बन के। वो धनी जिहड़ी औरत सी ना, जिहड़ी कुर्सी ते बैठी सी, उन्हें जवाब दिता, कहंदे भगत जी
फकीर जी तुसी नहीं जानते इस औरत ने किड्डा वड्डा गुनाह किया, इनू इहदे गुनाह की सज़ा मिल रही है। कहते दसो तो सही की कर दिता इसने ऐसा। वो कहती सुनो फकीर जी मैं एक वेशवा औरत हाँ, नचन गाउण वाली एक नर्तकी हाँ। मेरा काम है लोगों नूं अपने नाच दे नाल खुश करना। वड्डे वड्डे शाहूकारां चौधरियां दी महफिलां दे विच मैं नचदी हाँ ते नचण तो बाद वो मेरी सुंदरता ते खुश होके मेरे उत्ते मूँह मंगी दौलत मेरे उत्ते सुट्टदे ने, पैसा वारदे ने। ते ये मेरी दासी है, निजी दासी, मेरी सेविका। अज बड़े वड्डे चौधरी ने मेरे दर ते आउणा सी, जिहदे अगे मैं अपना प्रोग्राम करना सी, मेरा नृत्य सी, मैं नचना सी उहदे अगे। ਇਹਦੀ मैं ड्यूटी लाई, मेरी अखां च पाउण वाला सुरमा पी के लिया। इन्हें सुरमा पीसिया पर मोटा पीसिया। ਉਹ ਸੁਰਮਾ ਜਦੋਂ मैं अपनी अखां दे विच पाया, मेरी अखां च रड़क पई, रड़क पैण दे नाल हंझू वगे ते मेरा कीता होया सारा हार शंगार नष्ट हो गया, व्यर्थ हो गया, मेरा सुंदर चेहरा खराब हो गया। वो जिहड़ा चौधरी जिन्हें मूँह मंगी दौलत मेरे ते सुट्टनी सी, मेरे दर तो नाराज होके मुड़ गया। इन्हें बड़ा वड्डा नुकसान कर दिता मेरा, जिहदी सज़ा मैनू दे रही हैं। फकीर जी उहदी गल सुन के हसे मुस्कराए ते अल्लाह अल्लाह राम राम करते हुए उथों चले गए। रब नूं ध्याउंदे कुछ नहीं बोले। कुछ समा बीतिया, मुड़ फिर उस नगर दे विचों गेड़ा लग रहा ते नगर दे शमशान घाट दे विचों जदों लंघण लगे, रस्ते दे विच तकिया एक लवारिस लाश पई हुई है। लाश नूं वेख के रुक गए। उस लाश दे चम नूं कुत्ते ते बिल्लियां खा रहे ने, जानवर नोच नोच के खा रहे ने। नाल ही उस लाश दा जिहड़ा धड़ दे नाल उहदी सिर पिया होया, खोपड़ी पई हुई है। वो खोपड़ी दियां अखां दे विच चिड़ियां ने आलणे दिते ने, बच्चे पाए हुए ने, आंडे दिते हुए ने। फकीर वेख के बड़ा हैरान होया ते उन्हें पूछया भी ये किसी इंसान दी लाश है, ये इदा लवारिस किदा पई, इहदा किसी ने कतल कर दिता कि कौन है, इहदा किसी ने क्रियाकर्म भी नहीं किया। मन दे विच सवाल पैदा हो रहे ने, लाश दे कोले खड़े हो अपने मन दे विच फुरने पैदा हो रहे सन, लाश नूं तक ही रहे सन। कोई राहगीर लंघ रहा सी, पुछया, आवाज मारी, भलिया मानसा गल सुन, रुक ठहर। कहंदे हाँ जी दसो, भला मैनू दस भी ये लाश किहदी है, ये इंसान दी किसी दी लाश जापदी है, लवारिस किदां पई है, इहदे मांस नूं कुत्ते खा रहे ने, इहदा किसी ने क्रियाकर्म क्यों नहीं किया, कि इहदा कोई कतल हो गया है, कि इहदा कोई घर वाला, कोई इहदा कोई वाली वारस नहीं, इहदा कोई परिवार दा सदस्य नहीं, किसी ने ना इहदी लाश नूं दबिया ते ना किसी ने इहदा अंतिम संस्कार किया, कौन है ये? उन्हें आख्या फकीर जी तुसीं नहीं जानदे, ये बड़ी पाप आत्मा दी लाश है। वो कहंदे कौन पाप आत्मा? कहंदे वो सामने नगर दे विच हवेली वेख रहे हो, उच्ची हवेली। कहंदे हाँ जी। कहंदे ये उहदे विच रहण वाली एक नर्तकी सी, एक वेचवा औरत सी, जिन्हें जिंदगी पर पाप की कमाई की। पता नहीं किन्ने कदे घर भी उजाड़ दिते होणगे, लोकां नूं गलत धंधिਆਂ दे उत्ते लाउण दा इहने यतन कीता, ये मर गई ते इहदा कोई रिश्तेदार इहदा क्रियाकर्म करन दे लई अगे नहीं आया ते पिंड वालिਆਂ ने इहदी लाश नूं चक के शमशान घाट दे विच सुੱਟ दिता। उत्थे उहदी प्रथाए एक श्लोक भगत फरीद जी का आउंदा है बड़ा प्यारा। फरीद जी ने बचन कीते, फरीदा जिन लोयण जग मोहिया, से लोयण मैं डिठ। लोयण दा अर्थ अखां। और दुनिया दे लोगों जिहड़ियां अखां किसे वक्त एडियां कोमल सी, एडियां नाजुक सी, एडियां खूबसूरत सी, एडियां सोहणियां सी, जिन लोयण जग मोहिया, जिहड़ियां अपने इशारियां दे नाल लोकां दे कालजे वस च कर लैंदियां सी, लोकां दे दिल फरेब सी, दिल लुट लैंदियां सी लोकां दे। जिन लोयण जग मोहिया, जिहड़ियां अखां अपनी खूबसूरती दे नाल किसे वक्त दुनिया नूं वस दे विच करदियां सी, से लोयण मैं डिठ। अज उन्हां अखां दी हालात मैं अपनी अखां दे नाल तक रिहा। कज्जल रेख न सहिंदियां पंखी सूए बहिट, वो जिहड़ियां किसे वक्त सुरमे दी रड़क नहीं बर्दाश्त करदियां सी, अज ओहदियां अखां दे विच चिड़ियां ने आलणे पाए होए ने। आखो सतनाम श्री। ज्यों राम राखै
त्यों रही है भाई, हर की महिमा किछ कत न जाई। सारा जीवन गवा लिया, शरीर का अभिमान, पैसे का अभिमान, दौलत का अभिमान, लेकिन अंत नूं मिलिया की? बंके बाल पाग सिर डेरे, एहो तन होए को भस्म की ढेरी। सिर्फ सवाह दी ढेरी बन जाना। अनक जतन कर काया पाली, मरती बार अगन संग जाली। चोआ चंदन मर्दन अंगा, सो तन जलै काट के संगा। बड़ी मेहनत करता बंदा, दुध मलाइयां खा के शरीर नूं पालदा। शरीर के उत्ते बड़ा कुछ मलिया जाता, चंदन के लेप लाए जाते हैं, खुशबूइयां दे लई अतर लाए जाते हैं, इत्र लाए जाते हैं, लेकिन अंत वेले उस शरीर नूं लकड़ां दे विच बन के साड़िया जाना है। हंकार ना कर, ज्यों राम राखै त्यों रही है भाई। हर की महिमा किछ कत न जाई, धंधा करते निफल जन्म गवाया। सुख दाता मन न वसाया, धंधा करके निफल जन्म ना गवा। धंधे कर किरत कर, लेकिन रब की रजा नूं जिंदगी दे विच याद रख। नानक नाम तिना को मिलिया, जिनको धुर लिख पाया। परिपूर्ण परमात्मा का नाम उन्हां नूं मिलिया जिन्हां दे वड्डे भाग होना। को सतनाम श्री वाहिगुरू। वड्डे भाग भेटै गुरदेवा, कोट अपराध मिटे हर सेवा। सानू रोम रोम दे नाल शुक्र करना चाहिए। जिन्ने भी आत्मावां, जिन्ने भी बुद्धिजीवी तुसीं इत्थे बैठे हो, सारी संगत के रूप दे विच अपने रोम रोम दे नाल शुक्र करो सच्चे पातशाह दा भी, धन गुरु ग्रंथ साहिब महाराज तेरी रहमत वरती है जो साडे जीवन के कुछ पल तेरी हजूरी दे विच बीते ने। आखो सतनाम श्री वाहिगुरू। हो सकदा सी इन्हां पलां दे विच असीं कोई ऐसा कर्म कर दिंदे जिहड़ा जिंदगी भर दे लई साडी आत्मा नूं झंझोड़ दिंदा। की पता कोई पाप हो जांदा, की पता कोई भैड़ा कर्म साडे तो हो जांदा, की पता किसी नूं भैड़े बोल बोले जांदे, की पता साडी निगाह किसी ते मैली हो जांदी, की पता असीं किसी दा हिरदा दिखा दिंदे। लेकिन रब ने रहमत करके पापां तो बचा के साडे जीवन दे कुछ पल सच दे लेखे ला दिते। रोम रोम दे नाल शुक्र करया कर। वड्डे भाग भेटै गुरदेवा, कोट अपराध मिटे हर सेवा। वड्डे भागां दे नाल गुरु दी संगत करन दा सुभाग मिलिया है ते सच्चे गुरु नूं मिल के करोड़ां पाप जिंदगी दे विचों कट्टे जांदे ने। आखो सतनाम श्री वाहिगुरू। सो गुरु महाराज रहमत करन सच्चे पातशाह। अज दी विचार नूं इत्थे विश्राम है। अगले शब्द दी विचार आपां कल दे दीवानां दे विच करांगे। कृपा करन सच्चे पातशाह शहनशाह जी, मालक दी रजा, सच दा ज्ञान, सच दी विचारधारा जिंदगी दे विच वस जावे। गुरु महाराज रहमत करन। इसे तरह अपने चरणों की सेवा बख्श के, गुरु संगत के चरणों की सेवा बख्श के नवाजते रहन। होइयां बेअंत प्रकार दी भुलां चुकां दी खिमा। गज के फतेह बुलाओ। वाहिगुरू जी का खालसा, वाहिगुरू जी की फतेह।